कैप्टन सरकार मुर्दाबाद, कैप्टन सरकार मुर्दाबाद, आंगीन जूनियर जिंदाबाद, आंगीन जूनियर जिंदाबाद, साडियां मंगां पूरियां करो, साडियां मंगां पूरियां करो, आंगीन जूनियर जिंदाबाद, आंगीन जूनियर जिंदाबाद, पंजाब सरकार मुर्दाबाद, मनप्रीत बादल मुर्दाबाद, पंजाब सरकार इंसाफ के आगे इंसाफ के आगे इंसाफ के आगे झुकना पड़ेगा, इंसाफ के आगे झुकना पड़ेगा। दोषियों के पर्चे दर्ज करो, बीजेपी वालों शर्म करो, बीजेपी के गुंडों के खिलाफ पर्चे दर्ज करो, दर्ज करो। गुंडागर्दी नहीं चलेगी, नहीं चलेगी, नहीं चलेगी। भारतीय जनता पार्टी के लोग शायद ये भूल चुके हैं कि उनके घर में भी माँ बहन है। रामबीर भट्टी जी बुजुर्ग आदमी होने के बाद, एक समाज के सीनियर आदमी होने के बाद शायद वो इस चीज़ को भूल चुका है कि उसके घर में भी माँ बेटी है। कल जो हमारी बहन राजकौर गिर के साथ जो इन्होंने किया, वो बेटी बचाओ बेटी पढ़ाओ का नारा शायद बीजेपी के लोग गलत दे रहे हैं। उन्होंने इस नारे की परिभाषा का डेफिनेशन का पता नहीं। आज 5 व्यक्ति इसी बात को लेकर जब तक प्रशासन रामबीर भट्टी और अन्य लोगों के खिलाफ जो फुटेज में है उनके खिलाफ अगर पर्चा दर्ज नहीं किया गया तो आज सांकेतिक भूख हड़ताल है, नहीं तो हम मरण वर्त पर यहाँ बैठे हैं। और उससे भी काम नहीं चला तो मेरी संयुक्त मोर्चा के सीनियर लीडर राकेश टिकैत, गुरनाम चुरूनी जी, बलबीर राजोवाड़ से बात हो चुकी है। संयुक्त मोर्चा महापंचायत करेगा और शायद जैसे सिरसा, हिसार और दिल्ली के अंदर चलेगा, इसी प्रकार कंटिन्यू चंडीगढ़ के अंदर चलेगा। ਸਿੰਘਾਂ ਦੇ ਕਾਰਨ ਹੀ ਇਹ ਦੇਸ਼ ਆਜ਼ਾਦ ਹੋਇਆ ਸੀ। ਅੱਜ ਸਿੰਘਣੀ ਦੇ ਬਾਲ ਬਣੇ ਦੇਖੋ ਜੀ 87% ਸਾਡੀਆਂ ਸ਼ਹੀਦੀਆਂ, ਜਦੋਂ ਦੇਸ਼ ਆਜ਼ਾਦ ਹੋਇਆ 87% ਸਾਡੀਆਂ ਸ਼ਹੀਦੀਆਂ ਸਿੱਖਾਂ ਦੀਆਂ। ਇਹ ਜਿਹੜੀਆਂ ਸਰਕਾਰਾਂ ਇਹ ਸਾਡੇ ਨਾਲ ਸ਼ੁਰੂ ਤੋਂ ਵਿਤਕਰੇ ਕਰਦੀਆਂ ਆਈਆਂ, ਹੁਣ ਵੀ ਕੀਤਾ। ਇਹ ਭੈਣ ਦੇ ਨਾਲ ਦੇਖੋ, ਇੱਕ ਤਾਂ ਸਰਕਾਰ ਦਾ ਨਾਰਾ ਬੇਟੀ ਬਚਾਓ ਬੇਟੀ ਪੜਾਓ। ਅਸੀਂ ਦੇਖੋ ਜੇ ਸਾਡੇ ਗੁਰੂ ਸਾਹਿਬ ਨੇ ਕਿਹਾ ਨਾ ਬੇਟੀ ਜੱਗ ਜਨਨੀ ਆ, ਤੇ ਅਸੀਂ ਉਹਨੂੰ ਔਰਤ ਨੂੰ ਸਨਮਾਨ ਦਿੰਦੇ ਆ, ਭਾਵੇਂ ਔਰਤ ਐਂਟੀ ਹੋਵੇ ਭਾਵੇਂ ਹੱਕ ਦੀ ਹੋਵੇ। ਜੇ ਸਰਕਾਰ ਨੇ ਕੱਲ ਨਾਰਾ ਦਿੱਤਾ ਹੋਇਆ ਬੇਟੀ ਬਚਾਓ ਬੇਟੀ ਪੜਾਓ, ਸਰਕਾਰ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਵੀ ਇਹ ਸਾਡੇ ਬਰਖਲਾ ਪਈ ਹੈ ਜਾਂ ਸਾਡੇ ਹੱਕ 'ਚ। ਉਸ ਟਾਈਮ ਤੇ ਇਸ ਚੀਜ਼ ਦਾ ਧਿਆਨ ਰੱਖਣਾ ਦਾ ਵੀ ਇਹ ਇੱਕ ਔਰਤ ਆ, ਔਰਤ ਦਾ ਹੀ ਸਨਮਾਨ ਕਰਨਾ। ਇਹਨਾਂ ਕੱਲ ਔਰਤ ਦੇ ਨਾਲ ਧੱਕਾ ਕੀਤਾ, ਔਰਤ ਦੀ ਗੁੱਤ ਪੁੱਟੀ, ਸਾਡਾ ਝੰਡਾ ਬਲੈਕ ਝੰਡਾ ਜਿਹੜਾ ਉਹਨੂੰ ਪਾੜਿਆ, ਥੱਲੇ ਸੁੱਟਿਆ ਪੈਰਾਂ 'ਚ। ਉਦੋਂ ਪਤਾ ਲੇਡੀ ਦੇ ਨਾਲ ਧੱਕਾ ਕੀਤਾ। ਇਹ ਵਿਰੋਧ ਦੇ ਵਿੱਚ ਅੱਜ ਤਾਂ ਹੀ 9 ਤੋਂ 7 ਭੁੱਖ ਹੜਤਾਲ ਤੇ ਬੈਠੇ ਆ 6 ਸਿੰਘ। ਜੇ ਸਰਕਾਰ 24 ਘੰਟਿਆਂ ਦੇ ਵਿੱਚ ਹੁਣ ਦੋਸ਼ੀਆਂ ਦੇ ਪਰਚੇ ਦਰਜ ਨਹੀਂ ਕਰਦੀ, ਫਿਰ ਅਸੀਂ ਅੱਗੇ ਵੀ ਕਰੜੇ ਫੈਸਲੇ ਲਵਾਂਗੇ ਔਰ ਅੱਗੇ ਵੀ ਭੁੱਖ ਹੜਤਾਲ ਤੇ ਪਵਾਂਗੇ। ਦੇਖੋ ਇਹਦੇ ਵਿੱਚ ਤਾਂ ਸ਼ੁਰੂ ਤੋਂ ਹੀ ਜਿਹੜੀ ਸਿੱਖ ਕੌਮ ਹੈ, ਚਾਹੇ ਉਹ ਕਿਸਾਨ ਜਥੇਬੰਦੀਆਂ ਨਾਲ ਸੰਬੰਧ ਰੱਖਦੀ ਹੈ, ਚਾਹੇ ਕਿਸੇ ਜਥੇਬੰਦੀ ਨਾਲ ਸੰਬੰਧ ਰੱਖਦੀ, ਉਹਦਾ ਤਾਂ ਇੱਕ ਨਾਰਾ ਹੈਗਾ ਵੀ ਆਪ ਤੋਂ ਵੱਡੀ ਜਿਹੜੀ ਮਾਤਾ ਤੇ ਜਿਹੜੀ ਬਰਾਬਰ ਦੀ ਭੈਣ ਤੇ ਛੋਟੀ ਧੀ। ਇਹ ਸਾਡਾ ਇੱਕ ਨਾਰਾ ਹੈਗਾ ਭੈਣਾਂ ਦੇ ਪ੍ਰਤੀ ਔਰ ਬੱਚਿਆਂ ਧੀਆਂ ਦੇ ਪ੍ਰਤੀ। ਪਰ ਜਿਹੜੇ ਆ ਹੁਣ ਹਰਕਤ ਚੱਲ ਰਹੀ ਹੈ ਨਾ, ਇਹ ਬਹੁਤ ਮਾੜੀ ਹਰਕਤ ਤੇ ਆ ਗਏ ਆ। ਕਦੀ ਕੋਈ ਸ਼ੋਸ਼ਾ ਛੱਡ ਦੇਣਗੇ, ਕਦੀ ਕੋਈ ਸ਼ੋਸ਼ਾ ਛੱਡ ਦੇਣਗੇ। ਹੁਣ ਜਿਹੜਾ ਨਰਿੰਦਰ ਤੋਮਰ ਹੈ ਉਹ ਕਹਿੰਦਾ ਮੈਂ ਨਵੀਂ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਹੈ। ਇਹ ਨਵੀਂ ਪ੍ਰਪੋਜ਼ਲ ਦਾ ਕੀ ਕਰਨਾ ਹੈਗਾ ਜਦੋਂ ਅਸੀਂ ਸ਼ੁਰੂ ਤੋਂ 8 ਮਹੀਨੇ ਹੋ ਗਏ ਸਾਨੂੰ ਦਿੱਲੀ ਬੈਠਿਆਂ ਨੂੰ। ਜਿਹੜਾ ਅਸੀਂ ਸ਼ੁਰੂ ਤੋਂ ਸਾਡਾ ਇੱਕੋ ਪੁਆਇੰਟ ਹੈ ਵੀ ਜਿਹੜੇ ਕਾਲੇ ਕਾਨੂੰਨ ਰੱਦ ਕਰਕੇ ਆ ਜਾਓ, ਇਹ ਦੁਬਾਰਾ ਫਿਰ ਵੀ ਕੋਈ ਕਿਸੇ ਤਰੀਕੇ ਨਾਲ ਬਣ ਜਾਣਗੇ, ਉਹ ਰੱਦ ਕਰੋ। ਕੋਈ ਨਾ ਕੋਈ ਨਵੀਂ ਪ੍ਰਪੋਜ਼ਲ। ਹੁਣ ਐਸੀਆਂ ਹਰਕਤਾਂ ਆ ਗਏ, ਪਹਿਲਾਂ ਤੁਸੀਂ ਦੇਖਿਆ ਵੀ ਦਿੱਲੀ ਬਾਰਡਰਾਂ 'ਤੇ ਇਹਨਾਂ ਨੇ ਟਰੈਕਟਰ ਟਰਾਲੀਆਂ 4 ਟਰਾਲੀਆਂ ਸਾੜੀਆਂ। ਆ ਹੁਣ ਪਿੱਛੇ ਫੇਰ ਇੱਕ ਆਪਣਾ ਕੱਲ੍ਹ ਹੀ ਖਬਰ ਆਈ ਹੈ ਕਿ ਜਿਹੜੀ ਸਟੇਜ ਪਿਛਲੀ ਹੈਗੀ ਉਹਦੇ 'ਤੇ ਹਮਲਾ ਕੀਤਾ ਗਿਆ, ਇੱਕ ਕਿਸਾਨ ਜਥੇਬੰਦੀ ਦੇ ਹਮਲੇ ਕਰਨ ਤੋਂ ਬਾਅਦ ਹੁਣ ਆਹ ਦੇਖੋ ਸਾਡੀ ਧੀ ਭੈਣ 'ਤੇ ਹਮਲਾ ਕੀਤਾ। ਇਹ ਕਿੰਨਾ ਕੁ ਮਾੜਾ ਕਹਿ ਜੀਏ, ਇਹ ਮਾੜੇ ਤੋਂ ਮਾੜਾ ਕੰਮ ਇਹਨਾਂ ਨੇ ਕੀਤਾ ਹੈਗਾ। ਪਰ ਇਹ ਜਿਹੜੇ ਸਿੱਟੇ ਨੇ ਨਾ, ਇਹ ਇਹਨਾਂ ਨੂੰ ਭੁਗਤਣੇ ਪੈਣਗੇ ਜੋ ਇਹ ਸਾਡੇ ਨਾਲ ਕਰ ਰਹੇ ਨੇ, ਕਿਉਂਕਿ ਇਹ ਕਾਲੇ ਕਾਨੂੰਨ ਨਹੀਂ, ਇਹ ਕਾਲੇ ਕਾਨੂੰਨ ਤਾਂ ਸਮਝੋ ਰੱਦ ਹੋ ਗਏ।
ਇਹ ਰੱਦ ਹੋ ਗਏ। ਇਹ ਤਾਂ ਗੁਰੂ ਮਹਾਰਾਜ ਦੀ 10ਵੇਂ ਪਾਤਸ਼ਾਹ ਦੀ ਜਿਹੜੀ ਅਰਦਾਸ ਹੈ ਨਾ, ਅਰਦਾਸ ਦੇ ਵਿੱਚ ਲਿਖਿਆ ਹੈਗਾ, ਅਰਦਾਸ ਦੇ ਵਿੱਚ ਆਉਂਦਾ ਹੈਗਾ ਵੀ ਜਿਨ੍ਹਾਂ ਗੁਰਧਾਮਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ ਜੇ ਪਰ ਖਾਲਸਾ ਨੂੰ ਬਖਸ਼ੋ। ਇਹ ਤਾਂ ਜਿਹੜੀ ਗੱਲ ਹੈਗੀ ਹੈ ਵੀ ਇਹ ਤਾਂ ਮਹਾਰਾਜ ਨੇ ਆਪ ਵਿਧੀ ਬਣਾਈ ਹੈ। ਇਸ ਵਿਧੀ ਦੇ ਜ਼ਰੀਏ ਹੁਣ ਗੁਰੂ ਮਹਾਰਾਜ ਨੇ ਸਾਰੇ ਦਰਵਾਜ਼ੇ ਖੋਲ੍ਹਣੇ ਨੇ। ਇਹ ਦਿੱਲੀ ਜਿਹੜੀ ਹੈਗੀ, ਦਿੱਲੀ ਇਹ ਸਾਡੇ ਅੰਦਰ ਹੈ। ਆ ਜਿਹੜੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ, ਇਹ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਹਾਜ਼ ਹੈ ਉਹ ਆਉਣ ਜਾ ਰਿਹਾ। ਇਹ 10ਵੇਂ ਪਾਤਸ਼ਾਹ ਲੈ ਕੇ ਆਉਣਗੇ, ਉਹਦੀ ਕਿਰਪਾ ਨਾਲ ਹੀ ਆ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਖੁਦ ਉੱਥੇ ਵੇਖ ਰਹੇ ਨੇ ਦਿੱਲੀ ਬਾਰਡਰਾਂ ਤੇ 10ਵੇਂ ਪਾਤਸ਼ਾਹ ਦਾ ਹੱਥ ਹੈ, ਇਹਨਾਂ ਦਾ ਆਸ਼ੀਰਵਾਦ ਹੈ। ਜਿਹੜੇ ਲੰਗਰ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਏ ਨੇ। ਫਿਰ ਲੰਗਰ ਦੀ ਪ੍ਰਸ਼ੰਸਾ ਤੁਸੀਂ ਲਾ ਲਓ ਸਾਹਿਬ। ਜਿਹੜੀ ਸਿੱਖ ਕੌਮ ਹੈ ਇਹ ਸੇਵਾ ਤੇ ਸਿਮਰਨ 'ਚ ਸੰਬੰਧ ਰੱਖਦੀ ਹੈ। ਇਹ ਸੇਵਾ ਤੇ ਸਿਮਰਨ ਦੇ ਨਾਲ ਜੇ ਕੋਈ ਇਹ ਛੇੜਛਾੜ ਕਰਨਗੇ ਤੇ ਇਸ ਨਤੀਜੇ ਇਹਨਾਂ ਨੂੰ ਭੁਗਤਣੇ ਪੈਣਗੇ। ਮੈਂ ਪੂਰਜ਼ੋਰ ਇਸ ਸ਼ਬਦਾਂ ਵਿੱਚ ਜੋ ਸਾਡੀ ਧੀ ਭੈਣ ਦੇ ਹੱਥ ਕੀਤਾ ਇਹਦੀ ਮੈਂ ਨਿੰਦਿਆ ਕਰਦਾ ਹਾਂ। ਮੈਂ ਸੁਰਜੀਤ ਸਿੰਘ ਬਗੌਰਾ, ਮੈਂ ਪਟਿਆਲੇ ਤੋਂ ਭਾਰਤੀ ਕਿਸਾਨ ਯੂਨੀਅਨ ਪ੍ਰਚਾਰ ਸਕੱਤਰ ਆਲ ਇੰਡੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਬਾਰੇ ਕੱਲ 28 ਸੈਕਟਰ ਦੇ ਵਿੱਚ ਅਨੁਰਾਗ ਠਾਕੁਰ ਜੀ ਆ ਰਹੇ ਸੀਗੇ, ਉਹਨਾਂ ਦੀ ਰੈਲੀ ਸੀਗੀ ਤੇ ਅਸੀਂ ਵਿਰੋਧ ਕਰਨ ਲਈ ਪਹੁੰਚੇ ਸੀ ਉੱਥੇ 7-8 ਜਾਣੇ। ਜਿਵੇਂ ਐਮਰਜੈਂਸੀ ਸੀਗੀ, ਜਿੰਨੇ ਜਾਣੇ ਪਹੁੰਚੇ ਅਸੀਂ। ਪੁਲਿਸ ਨੇ ਮੇਰੇ ਨਾਲ ਦੇ ਜਿਹੜੇ ਵੀਰ ਸੀਗੇ, ਕਿਰਪਾਲ ਬਾਈ ਹੋਰੀ, ਸਰਵੇਸ਼ ਹੋਰੀ, ਸਾਰੇ ਇਹਨਾਂ ਨੂੰ, ਕੁਲਦੀਪ ਹੋਰਾਂ ਨੂੰ ਚੱਕ ਲਿਆ। ਪਰ ਜਦੋਂ ਦੂਸਰਾ ਨੇ ਮੈਂ ਰਹਿ ਗਈ ਉੱਥੇ, ਕਿਉਂਕਿ ਇਹਨਾਂ ਕੋਲੇ ਲੇਡੀਜ਼ ਕਾਂਸਟੇਬਲ ਨਹੀਂ ਸੀਗੇ ਉੱਥੇ ਪ੍ਰਸ਼ਾਸਨ ਕੋਲੇ, ਤੇ ਮੈਂ ਵਿਰੋਧ ਕੀਤਾ। ਝੰਡੇ ਖੋਲੇ ਸਾਡੇ ਕੋਲੇ ਕਾਲੇ ਕੱਪੜੇ ਸੀ, ਅਸੀਂ ਉਹੀ ਦਿਖਾਏ। ਸਿਰਫ ਤੇ ਸਿਰਫ ਅਸੀਂ ਕਾਲਾ ਕੱਪੜਾ ਦਿਖਾ ਰਹੇ ਸੀਗੇ ਔਰ ਉੱਥੇ ਬੀਜੇਪੀ ਦੇ ਗੁੰਡਿਆਂ ਨੇ ਮੈਨੂੰ ਘੇਰ ਲਿਆ ਸਾਰਿਆਂ ਨੇ। ਠੀਕ ਹੈ, ਇੱਕ ਅਰੁਣਦੀਪ ਸੀ ਸਰਦਾਰ ਮੁੰਡਾ, ਸਭ ਤੋਂ ਪਹਿਲਾਂ ਉਹਨੇ ਬਦਤਮੀਜ਼ੀ ਕੀਤੀ। ਉਹਦੀਆਂ ਅੱਜ ਨਿਊਜ਼ਪੇਪਰ 'ਚ ਫੋਟੋਜ਼ ਵੀ ਆਈਆਂ ਨੇ ਬਦਤਮੀਜ਼ੀ ਕਰਦਿਆਂ ਦੀਆਂ। ਫਿਰ ਨਿਤਿਨ ਗਿੱਲਾ, ਉਹਨੇ ਬਾਲ ਵੀ ਖਿੱਚੇ, ਪਿੱਛੋਂ ਸ਼ਰਟ ਵੀ ਖਿੱਚੀ, ਪਿੱਛੋਂ ਬਾਂਹ ਵੀ ਖਿੱਚੀ, ਝੰਡਾ, ਮਤਲਬ ਉਹਨਾਂ ਨੇ ਮੈਨੂੰ ਪੂਰਾ ਇੱਕ ਤਰ੍ਹਾਂ ਦਾ ਪੂਰਾ ਹਰਾਸ਼ ਕੀਤਾ। ਤੇ ਜਿਹੜਾ ਰਾਮਵੀਰ ਹੈਗਾ ਭੱਟੀ, ਉਸ ਬੰਦੇ ਨੇ ਬਹੁਤ ਗੰਦੀ ਸ਼ਬਦਾਵਲੀ ਵਰਤੀ, ਬਹੁਤ ਹੀ ਜ਼ਿਆਦਾ। ਤੇ ਮੈਂ ਇਹ ਗੱਲ ਕਹਿੰਦੀ ਹਾਂ ਕਿ ਅਸੀਂ ਉਸ ਸਮਾਜ 'ਚ ਰਹਿੰਦੇ ਹਾਂ ਜਿੱਥੇ ਕਿ ਅਸੀਂ ਕਿਸੇ ਦਾ ਵਿਰੋਧ ਨਹੀਂ ਕਰ ਸਕਦੇ। ਜੇ ਅਸੀਂ ਵਿਰੋਧ ਕਰਾਂਗੇ ਤਾਂ ਸਾਡੀਆਂ ਇੱਜ਼ਤਾਂ ਨੂੰ ਹੱਥ ਪੈਣਗੇ। ਪਰ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਕੱਲ ਮੰਦਭਾਗੀ ਰਹੀ ਆ ਕਿ ਚੰਡੀਗੜ੍ਹ ਪੁਲਿਸ ਦੇ ਲੋਕ ਖੜਦੇ ਦੇਖਦੇ ਰਹੇ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇੱਕ ਕੁੜੀ ਨੂੰ ਗੁੰਡੇ ਘੇਰ ਕੇ ਖੜੇ, ਉਹ ਵੀ ਬੀਜੇਪੀ ਦੇ ਗੁੰਡੇ, ਵੀ ਅਸੀਂ ਪਹਿਲਾਂ ਕੁੜੀ ਵੱਲ ਦੇਖੀਏ। ਉਹਨਾਂ ਨੂੰ ਵੀ ਇਹ ਸੀਗਾ ਕਿ ਪਹਿਲਾਂ ਨਾਲ ਦੇ ਮੁੰਡਿਆਂ ਨੂੰ ਚੱਕੀਏ ਵੀ ਕਿਤੇ ਕਾਲਾ ਝੰਡਾ ਨਾ ਅਨੁਰਾਗ ਠਾਕਰ ਨੂੰ ਦਿਖ ਜੇ। ਉਹ ਫਿਕਰ ਸੀਗੀ, ਇਹ ਫਿਕਰ ਨਹੀਂ। ਭਾਵੇਂ ਉਸ ਜਗ੍ਹਾ ਤੇ ਉਹ ਬੰਦੇ ਮੇਰੇ ਨਾਲ ਕੁਝ ਵੀ ਕਰ ਸਕਦੇ ਸੀਗੇ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ ਬੀਜੇਪੀ ਦਾ ਸਾਥ ਦਿੱਤਾ, 100% ਸਾਥ ਦਿੱਤਾ। ਪੁਲਿਸ ਉੱਥੇ ਸੀਗੀ। ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੱਤਾ ਸੀ ਮੋਦੀ ਸਰਕਾਰ ਨੇ। ਇਹ ਬੇਟੀ ਬਚਾਓ ਬੇਟੀ ਪੜ੍ਹਾਓ ਆ ਜਿਹੜੇ ਬਲਾਤਕਾਰੀ ਨੇ ਔਰ ਕੁੜੀਆਂ ਦੀਆਂ ਛੇੜਛਾੜਾਂ ਕਰਦੇ ਨੇ, ਕੁੜੀਆਂ ਨਾਲ ਜ਼ਬਰਦਸਤੀਆਂ ਕਰਦੇ ਨੇ। ਜੇ ਅਸੀਂ ਅੱਜ ਆਪ ਬੋਲਾਂਗੇ ਤਾਂ ਸਾਡੇ ਨਾਲ ਇਹ ਕੁਛ ਹੋਊਗਾ। ਅਸੀਂ ਬੋਲਾਂਗੇ, ਸਾਡੀ ਆਵਾਜ਼ ਨਹੀਂ ਦਬਾ ਸਕਦੇ। ਰਾਜ ਕੌਰ ਦੀ ਆਵਾਜ਼ ਦਬਾਉਣੀ ਬਹੁਤ ਔਖੀ ਆ, ਜਿੱਦਣ ਮੌਤ ਹੋਊਗੀ ਉਦਣ ਆਵਾਜ਼ ਦਬੂਗੀ। ਇੱਦਾਂ ਹੀ ਹੌਸਲੇ ਬੁਲੰਦ ਰਹਿਣਗੇ। ਅੱਜ ਸਾਡੇ ਚੰਡੀਗੜ੍ਹ ਦੇ ਜਿਹੜੇ ਵੀਰ ਨੇ ਮਟਕਾ ਚੌਂਕ ਤੇ ਸਾਰੇ ਸਾਡੇ ਨਾਲ ਆ, ਜਿਹੜੇ ਇਹਨਾਂ ਭੁੱਖ ਹੜਤਾਲ ਤੇ ਬੈਠੇ ਆ ਕਿ ਜਿੰਨੀ ਦੇਰ ਤੱਕ ਸਾਡੀ ਭੈਣ ਨੂੰ ਇਨਸਾਫ ਨਹੀਂ ਮਿਲਦਾ, ਉਹਨਾਂ ਦੋਸ਼ੀਆਂ ਤੇ ਪਰਚੇ ਨਹੀਂ ਹੁੰਦੇ, ਉਹਨਾਂ ਨੂੰ ਅਰੈਸਟ ਨਹੀਂ ਕਰਦੇ, ਇਹ ਭੁੱਖ ਹੜਤਾਲ ਤੇ ਬੈਠੇ। ਅਦਰਵਾਈਜ਼ ਕਿਸਾਨ ਸੰਯੁਕਤ ਮੋਰਚੇ ਨੇ ਵੀ ਇਹ ਗੱਲ ਕਹੀ ਆ ਕਿ ਅਗਰ 22 ਤਰੀਕ ਤੱਕ ਉਹ ਅਰੈਸਟ ਨਹੀਂ ਹੁੰਦੇ, ਉਹਨਾਂ ਤੇ ਪਰਚੇ ਨਹੀਂ ਪੈਂਦੇ, ਤਾਂ 23 ਤਰੀਕ ਨੂੰ ਕੋਈ ਬਿਗ ਕਾਲ ਦਿੱਤੀ ਜਾਊਗੀ, ਜਿਹਦਾ ਜ਼ਿੰਮੇਵਾਰ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ, ਚੰਡੀਗੜ੍ਹ ਦਾ SSP ਹੋਊਗਾ। ਕਿਉਂਕਿ ਜਿੱਦਣ ਅਸੀਂ ਵਿਰੋਧ ਕਰਦੇ ਆ, ਸਾਡੇ ਤੇ ਬਿੰਦ 'ਚ ਪਰਚੇ ਠੋਕ ਦਿੰਦੇ ਆ। ਅੱਜ ਉਹਨਾਂ ਬੰਦਿਆਂ ਨੇ ਇੰਨੀ ਗਲਤ ਹਰਕਤ ਕੀਤੀ ਆ, ਉਹਨਾਂ ਨੂੰ ਕਿਉਂ ਨਹੀਂ ਚੱਕਿਆ ਗਿਆ? ਸਾਨੂੰ ਤਾਂ ਘਰਾਂ 'ਚੋਂ ਚੱਕ ਕੇ ਚੰਡੀਗੜ੍ਹ ਪ੍ਰਸ਼ਾਸਨ ਲੈ ਕੇ ਆਇਆ ਸੀ। ਅੱਜ ਉਹਨਾਂ ਬੰਦਿਆਂ ਨੇ ਇੰਨਾ ਗਲਤ ਬੋਲਿਆ। ਉਹਨਾਂ ਦੀ ਵਾਰੀ 144 ਵੀ ਕਿੱਥੇ ਗਈ, 188 ਵੀ ਕਿੱਥੇ ਗਈ, ਸਾਡੇ ਵਾਰੀ 144 ਆ। ਸਭ ਤੋਂ ਜ਼ਿਆਦਾ ਮੰਦਭਾਗੀ ਇਹ ਆ ਕਿ ਮੈਂ ਇੱਕ ਕੁੜੀ ਆ, ਮੈਨੂੰ ਉਹਨਾਂ ਨੇ ਤਾਂ ਘੇਰਿਆ, ਪਰ ਅਸੀਂ ਮਾਈ ਭਾਗੋ ਦੀਆਂ ਵਾਰਸਾਂ। ਸਾਡੇ ਉੱਤੇ ਉਹਨਾਂ ਨੂੰ ਇਹ ਨਾ ਸੋਚ ਲੈਣ ਕਿ ਅਸੀਂ ਕਮਜ਼ੋਰ ਆ। ਅਸੀਂ ਦਸਮ ਪਿਤਾ ਦੀ ਔਲਾਦ ਆ, ਨਾ ਦਬੇ ਆ ਨਾ ਦਬਾਂਗੇ। ਜਿੱਤ ਸਾਡੀ ਪੱਕੀ ਆ, ਐਲਾਨ ਹੋਕਾ ਬਾਕੀ ਆ। ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਰੀ ਵਿਜੇ ਸਰਕਾਰ ਨੂੰ ਪਾਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਉਹ ਸਿੰਘਾਂ ਨਾਲ ਤੁਸੀਂ ਲੜਾਈਆਂ ਕਰਦੇ ਆ, ਜਿਨ੍ਹਾਂ ਦੀਆਂ ਧੀਆਂ ਭੈਣਾਂ ਨੇ ਘੋੜਿਆਂ ਤੇ ਚੜ ਕੇ ਜਾ ਕੇ ਯੁੱਧਾਂ ਦੇ ਵਿੱਚ ਲੜਾਈਆਂ ਕੀਤੀਆਂ, ਆਪਣੀਆਂ ਜਾਨਾਂ ਵਾਰੀਆਂ। ਲੜਾਂਗੇ ਜਾਂ ਮਰਾਂਗੇ, ਇੱਕ ਪਾਸੇ ਕਰਾਂਗੇ। ਜੈ
ਖਿੱਚਿਆ ਗਿਆ। ਅਗਰ ਉਸ ਟਾਈਮ ਕੋਈ ਹੋਰ ਹੁੰਦਾ ਤਾਂ ਉੱਥੇ ਖੂਨ ਖਰਾਬਾ ਹੋ ਸਕਦਾ ਸੀ। ਇਹ ਸਾਡੇ 10 ਪਿਤਾ ਨੇ ਸਿੱਖਿਆ ਦਿੱਤੀ ਹੋਈ ਹੈ ਕਿ ਲੜਨਾ, ਆਰਾਮ ਨਾਲ ਲੜਨਾ, ਪਿਆਰ ਨਾਲ ਲੜਨਾ, ਏਕੇ ਨਾਲ ਲੜਨਾ, ਜਾਤੀ नहीं करनी। ਇਹ ਸ੍ਰੀ ਸਾਹਿਬ ਦਿੱਤੀ ਹੋਈ ਹੈ 5 ਕਕਾਰ ਆਪਣੀ ਰੱਖਿਆ ਲਈ ਦਿੱਤੀ ਹੋਈ ਹੈ, ਲੇਕਿਨ ਇਹਨੂੰ ਨਜਾਇਜ਼ ਨਹੀਂ ਵਰਤਣਾ। ਇਹਨੂੰ ਉਦੋਂ ਵਰਤਣਾ ਜਦੋਂ ਤੁਹਾਡੇ ਤੇ ਭੀੜ ਪਵੇ। ਪਰ ਸਾਡੀ ਬੀਬੀ ਨੇ ਕੁਝ ਨਹੀਂ ਕੀਤਾ। ਉਹ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਸਾਡੀ ਧੀ ਨੂੰ ਬਾਲਾਂ ਤੇ ਫੜ ਕੇ ਉਹ ਗੁੰਡੇ ਪਿੱਛੇ ਖਿੱਚ ਰਹੇ ਨੇ। ਜੇ ਉੱਥੇ ਅਸੀਂ ਸ਼ਾਇਦ ਹੁੰਦੇ ਤਾਂ ਇਹ ਕੰਮ ਨਾ ਹੁੰਦਾ, ਮਰ ਜਾਂਦੇ, ਇੱਕ ਪਾਸੇ ਕਰ ਜਾਂਦੇ। ਠੀਕ ਹੈ, ਓਏ बीजेपी ਗੁੰਡਿਆਂ ਨੂੰ ਸ਼ਰਮ ਹੋਣੀ ਚਾਹੀਦੀ, ਖਾਸ ਕਰਕੇ ਟੰਡਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਿਹਦੇ ਸ਼ਹਿਰ ਦੇ ਵਿੱਚ ਇਹ ਕੁਛ ਹੋਇਆ। ਉਹ ਟੰਡਨ ਦੇ ਘਰ ਮਾਂ ਨਹੀਂ, ਭੈਣ ਨਹੀਂ, ਧੀ ਨਹੀਂ ਹੈਗੀ। ਉਹ ਜਿਹਨੇ ਧੀ ਦੀ ਸ਼ਰਮ ਨਾ ਕੀਤੀ, ਧੀ ਦੀ ਇੱਜ਼ਤ ਨੂੰ ਹੱਥ ਪਵਾਇਆ ਗੁੰਡਿਆਂ ਤੋਂ। ਉਹ ਲਿਆਓ ਜਿਹੜਾ ਗੁੰਡਾ ਕੱਲ ਸਾਡੀ ਧੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਸੀ, ਬਾਲ ਫੜ ਕੇ ਖਿੱਚਦਾ ਸੀ, ਅਗਰ ਉਹਦੀ ਹਿੰਮਤ ਹੈ ਇੱਥੇ ਚੁਰਾਹੇ ਦੇ ਵਿੱਚ ਆ ਕੇ ਆਵੇ, ਆਪਣੀ ਮਾਂ ਨੂੰ ਲਿਆਵੇ, ਭੈਣ ਨੂੰ ਲਿਆਵੇ, ਆਪਣੀ ਧੀ ਨੂੰ ਲਿਆਵੇ, ਦੱਸਾਂਗੇ ਚੁੰਡੇ ਪੱਟ ਕੇ ਬਰਾਬਰ। और साडे लिए 144 दफा असी इंसाफ मंगते हैं। असी शांतमई 48 सैक्टर च कीता, हर धरने ते शांतमई रहे हैं, पर हुण शांति नहीं बरतांगे जे अज दूजी बारी यह केस कीता। असी धीआं भैणां दी इज्जत लई हाजिर। हाँ, यह साडी कोई गलती नहीं होएगी, यह प्रशासन जिम्मेवार होएगा। अगर साडी किसी धी भैण की इज्जत नूं हथ पाया, असी कल गुत्त फड़ लई, अज गुत्त नहीं फड़न देवांगे। हिम्मत है ते आ जाण साडियां गुत्तां फड़ने लई। अंगहीन यूनियन पंजाब, मैं बाबा भुविंदर सिंह प्रधान वां। भाई मंगल सिंह की अगवाई एडवाइजर दे विच असीं सारा जो संघर्ष चला रहे हैं। सानूं अज 26 दिन हो गए इत्थे बैठिਆਂ ਨੂੰ, पर सरकार दे किसी नुमाइंदे ने आण के साडी सार नहीं लई। साडियां जायज़ जिहियां मंगां वां, कोई नजायज़ मंग नहीं आ। एक साडी मंग वा कि जो साडा 4% कोटा वा, सरकारां ने साडे नाल धक्का कीता, 19,500 बंदा इन्हां ने पक्का कर दिता वा, ते 4.5% नाल जिन्ने 270% बनदे आ साडे ओह विच पक्के कीते जाण। साडे कोर्ट विच भी 3 रिट पटीशनां चल रहीआं वा हाई कोर्ट दे विच, जो अमृतसर दी, जलंधर दी ते लुधियाणे दी। उन्हां विच भी ये लिखती करके दे के आई है सरकार, ते आओ जाके हुण साडा विरोध भी करते हैं। इन्हां दे सरकारी जनरल एडवोकेट वकील हैं, जाके साडा विरोध भी करते हैं। सानूं उत्थे भी साडा हक बनदा, हक वो भी नहीं दिंदे। ते जो साडियां बाकी मंगां हन, 4,000 पेंशन दित्ती जावे, 4,000 वजीफा दिता जावे, जिहड़े बच्चे पढ़दे हन, बसां दा किराया जिहदा बीबियां दा सारा माफ़ कीता उदा माफ़ कीता जावे। ते जिहड़े साडे अंगहीन 35 साल तो बाद भर्ती हुंदे हन, उन्हां दी रिटायरमेंट हद जिहड़ी 65 साल कीती जावे। ते होर भी साडियां 2-3 मंगां हन, साडियां मंगां ते गौर कीता जावे। सरकार नूं इह कहने आ कि जे नहीं भी साडियां मंगां पूरीआं करनियां, सानूं आण के एक बार कैमरे दे अगे कह देण कि तुहाडीआं मंगां नहीं पूरीआं करनियां, असीं चले जावांगे। पर साडा फास्टवे दा भी धन्नवाद करदे आ जिन्हां ने साडी आण के कवरेज कीती आ। मंगल सिंह ਵੱਲੋਂ भी सारी ਤੁਹਾਡੀ ਟੀਮ ਦਾ ਧੰਨਵਾਦ ਕਰਦੇ ਆ। ਇਹਨਾਂ ਕਹਿ ਕੇ ਫਤਿਹ ਜਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कोई भी सूबा, कोई भी देश तरक्की तां कर सकता है जे ਉਹਦੇ ਬੱਚੇ पढ़ जान। अफसोस इस गल का है कि अज पढ़ाई बहुत महंगी हो गई। श्रोमणी अकाली दल, बहुजन समाज पार्टी की आने वाली सरकार की प्रायोरिटी एजुकेशन रहनी है। खास करके गरीब जनता को असीं श्योर करते हैं कि पैसे करके वो एजुकेशन तो वांझे नहीं रहणगे। असीं फैसला किया है, श्रोमणी अकाली दल, बहुजन समाज पार्टी सरकार बनते पंजाब के बच्चियां वास्ते 10 लाख रुपये का स्टूडेंट कार्ड बना के देवांगे। तुसीं वो कार्ड राहीं पंजाब के किसी भी कॉलेज, हिंदुस्तान के किसी भी कॉलेज या दुनिया के किसी भी कॉलेज एडमिशन लै सकोगे। उस 10 लाख की गारंटी भी साडी पंजाब सरकार की होगी, ब्याज भी असी पंजाब सरकार भरूगी। आ साडा सारे नाल वादा है।